ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਜ਼ਰ ਹਾਂ ਕੁਲਵੰਤ ਸਿੰਘ ਇੱਕ ਨਵੇਂ ਮਹਿਮਾਨ ਦੇ ਨਾਲ। ਅੱਜ ਇੱਕ ਵਾਰੀ ਫੇਰ ਚਰਚਾ ਕਰਾਂਗੇ ਕਿਸ ਤਰੀਕੇ ਦੇ ਨਾਲ ਜਿਹੜੇ ਸਰੀਰ ਦੇ ਵਿੱਚ ਜਦੋਂ ਖਰਾਬੀਆਂ ਆਉਂਦੀਆਂ ਨੇ ਤੇ ਬੰਦਾ ਕਿਹੜੇ ਇਲਾਜ ਕਰਾਉਂਦਾ ਤੇ ਕਿੱਦਾਂ ਜਿਹੜੇ ਉਹ ਕਿਹੜੇ ਇਲਾਜਾਂ ਦੇ ਵਿੱਚੋਂ ਲੰਘ ਕੇ ਕਿਹੜੀਆਂ ਤਕਲੀਫਾਂ ਚੋਂ ਲੰਘ ਕੇ ਫਿਰ ਅੰਤ ਦੇ ਵਿੱਚ ਜਦੋਂ ਉਸ ਨੂੰ ਆਰਾਮ ਆਉਂਦਾ ਤੇ ਉਹਦਾ ਕਿਸ ਤਰ੍ਹਾਂ ਦਾ ਤਜਰਬਾ ਰਹਿੰਦਾ ਤੇ ਉਹ ਕਿਸ ਤਰ੍ਹਾਂ ਦੇ ਫਿਰ ਅੱਗੇ ਹੋਰਾਂ ਨੂੰ ਵੀ ਕਿਸ ਤਰ੍ਹਾਂ ਰਿਕਮੈਂਡ ਕਰਦਾ ਵੀ ਸਾਡੇ ਜਿਹੜੀ ਤਰੀਕੇ ਦੇ ਨਾਲ ਮੈਂ ਠੀਕ ਹੋਇਆ ਜਾਂ ਹੋਈ ਹਾਂ ਤੇ ਉਹ ਉਹੀ ਤਰੀਕਾ ਅਪਣਾਉਣ ਤਾਂ ਕਿ ਜਿਹੜਾ ਉਹ ਇਹਨਾਂ ਚੀਜ਼ਾਂ ਤੋਂ ਬਚਿਆ ਜਾਵੇ। ਲੇਕਿਨ ਇਹਨਾਂ ਦਾ ਜਿਹੜੇ ਅੱਜ ਦੇ ਮਹਿਮਾਨ ਨੇ ਮੇਰੇ ਨਾਲ, ਇਹਨਾਂ ਦਾ ਤਜਰਬਾ ਇੱਦਾਂ ਦਾ ਰਿਹਾ ਕਿ ਇਹ ਕਿਸੇ ਨੂੰ ਦਵਾਈ ਰਿਕਮੈਂਡ ਕਰਨ ਜੋਗੇ ਹੀ ਨਹੀਂ ਰਹੇ, ਕਿਉਂਕਿ ਇਹਨਾਂ ਦੀ ਪ੍ਰੋਬਲਮ ਹੀ ਐਸੀ ਸੀ ਕਿ ਇਹਨਾਂ ਨੂੰ ਦਵਾਈਆਂ ਤੋਂ ਹੀ ਐਲਰਜੀ ਹੁੰਦੀ ਸੀ। ਜਿਹੜੀ ਦਵਾਈ ਖਾ ਲੈਂਦੇ, ਜਿਹੜੀ ਵੀ ਦਵਾਈ ਖਾ ਲੈਂਦੇ, ਇਹਨਾਂ ਨੂੰ ਰਿਐਕਸ਼ਨ ਕਰ ਜਾਂਦੀ, ਇਹਨਾਂ ਨੇ ਬੋਡੀ ਦੇ ਉੱਤੇ ਤੱਫੜ ਹੋ ਜਾਂਦੇ, ਸਾਹ ਰੁਕਣ ਲੱਗ ਜਾਂਦਾ ਬਹੁਤ ਬੁਰੀ ਤਰ੍ਹਾਂ। ਇੱਥੋਂ ਤੱਕ ਕਿ ਕਈ ਵਾਰ ਤਾਂ ਡਾਕਟਰ ਜਿਹੜੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਸੀ ਵੀ ਲੈ ਵੀ ਹੁਣ ਤਾਂ ਇਹ ਮਰੀਜ਼ ਗਿਆ ਤੇ ਕੱਲ੍ਹ ਨੂੰ ਮੇਰੇ ਗਲ ਸਿਆਪਾ ਪਊ। ਲੇਕਿਨ ਕਿਸੇ ਤਰੀਕੇ ਇਹਨਾਂ ਦੀ ਜਾਨ ਬਚ ਜਾਂਦੀ ਤੇ ਜਦੋਂ ਇਹ ਦੁਬਾਰਾ ਡਾਕਟਰ ਕੋਲ ਜਾਂਦੇ ਸੀ ਤੇ ਡਾਕਟਰ ਕਹਿੰਦੇ ਸੀ ਵੀ ਸਾਡੇ ਵਾਸ ਦਾ ਰੋਗ ਨਹੀਂ, ਤੂੰ ਕਿਤੇ ਹੋਰ ਜਾ। ਇਹ ਕਿੱਦਾਂ ਮੁੜ ਕੇ ਅੱਗੇ ਇਹਨਾਂ ਨੇ ਆਪਣੀ ਜ਼ਿੰਦਗੀ ਚਲਾਈ, ਕਿੱਦਾਂ ਅੱਜ ਤੁਰੇ ਫਿਰਦੇ ਨੇ, ਕਿਉਂਕਿ ਸਰੀਰ ਹੈ ਤਾਂ ਪ੍ਰੋਬਲਮ ਤਾਂ ਆਉਣਗੀਆਂ ਲੇਕਿਨ ਦਵਾਈ ਇਹ ਲੈ ਨਹੀਂ ਸਕਦੇ ਸੀ ਐਲੋਪੈਥੀ। ਫਿਰ ਕਿੱਦਾਂ ਇਹ ਅੱਜ ਤੁਰੇ ਫਿਰਦੇ ਨੇ, ਕਿੱਦਾਂ ਅੱਜ ਬਿਲਕੁਲ ਖੁਸ਼ ਨੇ, ਇਹ ਆਪਣੇ ਮੂੰਹੋਂ ਦੱਸਣਗੇ। ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਰਣਜੀਤ ਕੌਰ ਜੀ। ਰਣਜੀਤ ਕੌਰ ਜੀ, ਪੂਰੀ ਡਿਟੇਲ ਦਿਓ ਆਪਣੇ ਪਰਿਵਾਰ ਦੀ, ਕਿੱਥੋਂ ਦੇ ਰਹਿਣ ਵਾਲੇ ਹੋ, ਕੌਣ ਆ ਪਰਿਵਾਰ ਦੇ ਵਿੱਚ, ਕਿੰਨਾ ਪੜ੍ਹੇ ਹੋਏ ਹੋ, ਕਿੰਨੀ ਉਮਰ ਹੈ? ਹਾਂਜੀ, ਪਿੰਡ ਦਾਰਾਪੁਰ ਰਹਿਣ ਵਾਲੇ ਆ ਤੇ ਪਰਿਵਾਰ ਦੇ ਵਿੱਚ 2 ਬੇਟੇ ਮੇਰੇ, 2 ਬੇਟੀਆਂ ਤੇ ਹਸਬੈਂਡ ਵੀ ਆ ਤੇ ਆਪਣੇ ਪਰਿਵਾਰ ਦੇ ਵਿੱਚ ਬਹੁਤ ਵਧੀਆ ਰਹਿੰਦੇ ਅਸੀਂ। ਕਿੰਨੀ ਉਮਰ ਹੈ ਤੁਹਾਡੀ? ਮੇਰੀ ਉਮਰ ਹੈਗੀ 40 ਸਾਲ ਦੀ ਜੀ। ਤੇ ਵਿਆਹ ਤੋਂ ਪਹਿਲਾਂ ਜਿਹੜੀ ਇਹ ਮੈਂ ਜਿੱਦਾਂ ਜ਼ਿਕਰ ਕੀਤਾ ਕਿ ਐਲਰਜੀ ਦੀ ਪ੍ਰੋਬਲਮ ਆਈ ਸੀ ਕਿ ਜੇ ਵਿਆਹ ਤੋਂ ਬਾਅਦ ਆਈ ਹੈ? ਇਹ ਵਿਆਹ ਤੋਂ ਬਾਅਦ ਹੀ ਆਈ ਹੈ। ਅੱਛਾ, ਕੀ ਹੋਇਆ ਸੀ, ਕਿੱਦਾਂ ਤੁਹਾਨੂੰ ਪਤਾ ਲੱਗਾ ਵੀ ਆਹ ਪ੍ਰੋਬਲਮ ਆਉਣੀ ਸ਼ੁਰੂ ਹੋਈ ਹੈ? ਇਹ ਮੈਨੂੰ ਨਹੀਂ ਸੀ ਪਤਾ ਹੈਗਾ ਤੇ ਇੱਦਾਂ ਮੈਂ ਮੈਡੀਸਨ ਲੈਣ ਗਈ, ਮੈਨੂੰ ਬੁਖਾਰ ਜਿਹਾ ਸੀਗਾ ਤੇ ਡਾਕਟਰ ਨੇ ਦਵਾਈ ਦਿੱਤੀ ਤੇ ਮੈਂ ਖਾ ਕੇ ਦਵਾਈ ਆ ਕੇ ਝੱਟ ਲੰਮੇ ਪੈ ਗਈ ਤੇ ਝੱਟ ਬਾਅਦ ਮੇਰੇ ਤੱਫੜ ਹੋ ਗਏ ਤੇ ਮੈਂ ਆਖਿਆ ਪਤਾ ਨਹੀਂ ਕੀ ਹੋ ਗਿਆ ਤੇ ਮੈਂ ਉਹਦੀ ਮੰਮਾ ਜੀ ਨੂੰ ਆਖਿਆ ਮੈਂ ਮੇਰੇ ਪਤਾ ਨਹੀਂ ਕੀ ਹੋਈ ਜਾਂਦਾ। ਕਹਿੰਦੇ ਤੂੰ ਭੱਜ ਜਾ ਡਾਕਟਰ ਕੋਲ ਗਏ ਤੇ ਡਾਕਟਰ ਨੂੰ ਅਸੀਂ ਫੋਨ ਕੀਤਾ। ਉਹ ਮੈਂ ਦੁਕਾਨ ਬੰਦ ਕਰਕੇ ਕਿਤੇ ਚਲਾ ਗਿਆ ਸੀ। ਅਸੀਂ ਉਹਨੂੰ ਫੋਨ ਲਾਇਆ, ਉਹ ਕਹਿੰਦਾ ਮੈਂ ਹੁਣੇ ਆ ਗਿਆ। ਨਾ ਕੀ ਪ੍ਰੋਬਲਮ ਆਈ? ਉਹਨੂੰ ਤੱਫੜ ਹੋਈ ਜਾਂਦੇ ਤੇ ਦਿਲ ਨੂੰ ਕੁਛ ਹੋਈ ਜਾਂਦਾ। ਉਹ ਦਵਾ ਦਵਾ ਉੱਥੋਂ ਛੱਡ ਕੇ ਆਇਆ, ਆ ਕੇ ਉਹਨੇ ਟੀਕੇ ਟੂਕੇ ਲਾਏ ਤੇ ਉਹ ਕਹਿਣ ਲੱਗੇ ਕਿ ਇਹਨੂੰ ਦਵਾਈ ਰਿਐਕਸ਼ਨ ਕਰ ਗਈ ਆ ਕਿ ਤੁਸੀਂ ਦੱਸਿਆ ਨਹੀਂ ਗਾ। ਅਸੀਂ ਆਖਿਆ ਕਿ ਨਹੀਂ ਸੀ ਕਦੀ ਹੋਈ, ਅੱਜ ਪਹਿਲੀ ਵਾਰ ਹੋਈ ਆ। ਦਵਾਈ ਕਿਹੜੀ ਲਿੱਤੀ ਸੀ? ਬੁਖਾਰ ਚੜਿਆ ਸੀ। ਕਿਹੜੀ ਦਵਾਈ ਲਿੱਤੀ ਸੀ? ਉਹਨਾਂ ਨੇ ਮੈਡੀਸਨ ਗੋਲੀਆਂ ਦਿੱਤੀਆਂ ਤੇ ਟੀਕਾ ਲਾਇਆ ਸੀ। ਮਤਲਬ ਇਹ ਨਹੀਂ ਪਤਾ ਵੀ ਦਵਾਈ ਕਿਹੜੀ ਸੀ? ਇਹ ਨਹੀਂ ਪਤਾ ਲੱਗਾ ਸਾਨੂੰ ਕਿਹੜੀ ਸੀਗੀ। ਤੇ ਜਦੋਂ ਫਿਰ ਇਦਾਂ ਪ੍ਰੋਬਲਮ ਆਈ ਤੇ ਫਿਰ ਉਹਨੇ ਆ ਕੇ ਦਵਾਈ ਦਿੱਤੀ। ਫਿਰ ਉਹ ਆਂਦੇ ਤੈਨੂੰ ਛਾਲੀ ਆ ਜੂਗੀ ਤੇ ਮਤਲਬ ਤੁਸੀਂ ਬਚ ਜਾਓਗੇ, ਜੇ ਛਾਲੀ ਨਾ ਆਈ ਮੈਂ ਕੁਝ ਕਹਿ ਨਹੀਂ ਸਕਦਾ। ਮੈਨੂੰ ਆਪ ਨੂੰ ਪਤਾ ਲੱਗ ਗਿਆ ਸੀ ਮੇਰੇ ਸਾਹ ਇੱਥੇ ਆ ਗਏ ਕਿ ਹੁਣ ਨਹੀਂ ਮੈਂ ਬਚਣਾ। ਮਤਲਬ ਇਹ ਲੱਗਾ ਸੀ ਵੀ ਗਈ ਮੈਂ? ਹਾਂਜੀ, ਇੱਥੋਂ ਮਤਲਬ ਮੇਰੇ ਨਾਲ ਲੱਗਾ ਕਿ ਮੈਂ ਹੁਣ ਨਹੀਂ ਬਚਣਾਗਾ ਕਿ ਮੇਰੇ ਸਾਹ ਇੱਥੇ ਆ ਗਏ। ਤੇ ਮੁੜ ਕੇ ਤਾਂ ਉਹਦਾ ਉਹਨੇ ਕਿਹਾ ਜੇ ਤੈਨੂੰ ਛਾਲੀ ਆ ਜਾਏਗੀ ਤਾਂ ਬਚ ਜਾਏਗੀ। ਮਤਲਬ ਜ਼ਹਿਰ ਸੀ ਜਿਹੜਾ ਅੰਦਰੋਂ ਨਿਕਲ ਗਿਆ ਜਦੋਂ ਛਾਲੀ ਆਈ ਤਾਂ ਫਿਰ ਮੈਨੂੰ ਕਾਫੀ ਲੱਗਾ ਮੈਂ ਹੁਣ ਠੀਕ ਆ। ਫਿਰ ਉਹਨੇ ਟੀਕੇ ਟੂਕੇ ਲਾਏ। ਫਿਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਅੱਜ ਤੋਂ ਬਾਅਦ ਮੈਂ ਦਵਾਈ ਨਹੀਂ ਦੇਣੀ ਇੱਦਾਂ। ਮੁੜ ਕੇ ਇੱਦਾਂ ਮੈਂ ਆਪ ਵੀ ਨਹੀਂ ਡਰਦੀ ਕੋਈ ਦਵਾਈ ਲੈਂਦੀ ਸੀਗੀ ਤੇ ਮੁੜ ਕੇ ਮੈਨੂੰ ਐਂ ਲੱਗਾ ਕਿ ਜੇ ਮੈਂ ਮੈਡੀਸਨ ਖਾ ਲਈ ਕਿ ਮੈਨੂੰ ਰਿਐਕਸ਼ਨ ਨਾ ਕਰ ਜਾਵੇ। ਕੋਈ ਪ੍ਰੋਬਲਮ ਆਉਂਦੀ ਸੀ ਮੈਂ ਡਾਕਟਰ ਨੂੰ ਬੋਲਦੀ ਸੀ ਕਿ ਮੈਨੂੰ ਨਾ ਦਵਾਈ ਵੇਖ ਕੇ ਦਿਓ ਜੇ ਕਿ ਮੈਨੂੰ ਰਿਐਕਸ਼ਨ ਕਰ ਜਾਂਦੀ ਆ। ਡਾਕਟਰ ਬੋਲਦਾ ਸੀ ਕਿ ਕਿਹੜੀ ਕਰਦੀ, ਕਿ ਇਹ ਨਹੀਂ ਪਤਾ ਸਾਨੂੰ ਕਿਹੜੀ ਨੇ ਕਰ ਜਾਣਾ। ਤੇ ਡਾਕਟਰ ਨੇ ਬੋਲਣਾ ਕਿ ਮੈਂ ਦਵਾਈ ਐਵੇਂ ਨਹੀਂ ਦੇ ਸਕਦਾ ਜਿੰਨਾ ਚਿਰ ਤੁਹਾਨੂੰ ਪਤਾ ਨਹੀਂ ਗਾ ਕਿਹੜੀ ਦਵਾਈ ਰਿਐਕਸ਼ਨ ਕਰਦੀ ਆ, ਕੋਈ ਮੈਂ ਮੋੜ ਆਉਣਾ ਕਰਨਾ। ਤੇ ਕਿਸੇ ਨੇ ਮੈਂ ਉਹਨੂੰ ਕਹਿਣਾ ਮੈਨੂੰ ਵਿੱਚ ਐਲਰਜੀ ਦੀ ਪਾ ਕੇ ਗੋਲੀ ਦੇ ਦੇ, ਫਿਰ ਨਹੀਂ ਮੈਨੂੰ ਕਰੂਗੀ। ਫਿਰ ਕਿਤੇ ਕਿਸੇ ਨੇ ਦੇ ਦੇਣੀ, ਕਿਸੇ ਨੇ ਦੇਣੀ ਨਾ ਕਰਨੀ। ਤੇ ਇੱਦਾਂ ਮੈਨੂੰ ਹੌਲੀ ਜਦੋਂ ਫਿਰ ਮੈਨੂੰ ਪਤਾ ਲੱਗਾ ਕਿ ਆਪਣੇ ਆ ਵੈਲਥ ਕੇਅਰ ਦੇ। ਚਲੋ ਇਹ ਵੀ ਗੱਲ ਕਰਦੇ ਆਪਾਂ। ਇਹ ਦੱਸੋ ਕਿ ਦਵਾਈਆਂ ਤਾਂ ਜਦੋਂ ਸਰੀਰ ਹੈ ਤਾਂ ਦਵਾਈ ਤਾਂ ਖਾਣੀ ਪੈਣੀ ਹੈ ਤੇ ਉਸ ਤੋਂ ਬਾਅਦ ਜਦੋਂ ਇੱਕ ਵਾਰੀ ਰਿਐਕਸ਼ਨ ਹੋ ਗਿਆ ਉਸ ਤੋਂ ਬਾਅਦ ਵੀ ਕਦੇ ਸਰੀਰ ਦੇ ਵਿੱਚ ਪ੍ਰੋਬਲਮ ਆਈ ਤੇ ਫਿਰ ਕਿੱਦਾਂ ਨਿਬੜਿਆ ਤੁਸੀਂ? ਫਿਰ ਉਸ ਤੋਂ ਬਾਅਦ ਇੱਕ ਵਾਰ ਕੁਛ ਟਾਈਮ ਬਾਅਦ ਮੈਨੂੰ ਕਮਜ਼ੋਰੀ ਵਾਲੀ ਹੋ ਗਈ ਸੀਗੀ ਤੇ ਡਾਕਟਰ ਬੋਲਿਆ ਅਸੀਂ ਹੋਰ ਕਿਸੇ ਨੂੰ ਪੁੱਛਿਆ ਤੇ ਉਹ ਕਹਿੰਦਾ ਇਹਨੂੰ ਬੋਤਲ ਲਾ ਦਿੰਦੇ ਆ, ਜਿਹੜੀ ਗਲੂਕੋਜ਼ ਲਾ ਦਿੰਦੇ ਤੇ ਗਲੂਕੋਜ਼ ਲਾਇਆ ਮੈਨੂੰ ਉਹਨੇ ਤੇ ਵਧੀਆ ਲੱਗਾ। ਮਤਲਬ ਮੈਂ ਵਧੀਆ ਠੀਕ ਰਹੀ, ਮੈਨੂੰ ਕੋਈ ਮੁੜ ਕੇ BP ਨਾ ਘਟਿਆ। ਮਹੀਨੇ ਬਾਅਦ ਤੁਹਾਨੂੰ ਫਿਰ ਲਾ ਦਾਂਗੇ। ਉਹੀ ਗਲੂਕੋਜ਼ ਮਹੀਨੇ ਬਾਅਦ ਲਾਇਆ ਤੇ ਮੈਨੂੰ ਉਹੀ ਰਿਐਕਸ਼ਨ ਫਿਰ ਕਰ ਗਿਆ। ਰਿਐਕਸ਼ਨ ਕਰ ਗਿਆ? ਹਾਂਜੀ। ਕੀ ਹੋ ਗਿਆ ਫਿਰ ਉੱਦਾਂ ਤੱਫੜ ਹੋ ਗਏ ਮੇਰੇ ਹੱਥਾਂ ਪੈਰਾਂ ਦਾ, ਕਿ ਮੂੰਹ ਵੀ ਸੁੱਜ ਗਿਆ ਮੇਰਾ ਤੇ ਮੈਨੂੰ ਆਪਣੇ ਆਪ ਨੂੰ ਐਂ ਹੋ ਗਿਆ ਕਿ ਮੈਂ ਇੱਥੇ ਮੇਰੇ ਸਾਹ ਆ ਗਏ ਕਿ ਮੈਂ ਨਹੀਂ ਬਚਣਾ। ਮੈਨੂੰ ਉਦੋਂ ਹੀ ਪਤਾ ਲੱਗ ਗਿਆ ਕਿ ਮੈਨੂੰ ਉਹੀ ਚਾਂਸ ਬਣ ਗਿਆ। ਫਿਰ ਮੁੜ ਕੇ ਡਾਕਟਰ ਨੂੰ ਅਸੀਂ ਦਵਦਾ ਮੈਂ ਕਿਹਾ ਡਾਕਟਰ ਨੂੰ ਮੈਂ ਬੋਤਲ ਲਾ ਦੇ। ਕਹਿੰਦਾ ਘੱਟ ਕਰ ਦਿੰਦਾ। ਮੈਂ ਘੱਟ ਨਾ ਕਰ, ਮੈਨੂੰ ਰਿਐਕਸ਼ਨ ਕਰ ਗਈ ਆ, ਤੂੰ ਲਾ ਦੇ। ਉਹਨੇ ਦਵਦਾ ਲਾ ਕੇ ਮੁੜ ਕੇ ਉਹਨੇ ਟੀਕੇ ਲਾਏ ਤੇ ਫਿਰ ਮੈਨੂੰ ਜਦੋਂ ਛਾਲੀ ਆ ਗਈ ਫਿਰ ਮੇਰਾ ਸਾਹ ਸੌਖਾ ਹੋਇਆ। ਨਹੀਂ ਕਦੇ ਐਲਰਜੀ ਦਾ ਟੈਸਟ ਕਰਵਾਇਆ ਵੀ ਕਿਹੜੀ ਚੀਜ਼ ਤੋਂ ਐਲਰਜੀ ਤੁਹਾਨੂੰ ਹੁੰਦੀ ਹੈ?
ਨਹੀਂ ਟੈਸਟ ਨਹੀਂ ਕਰਵਾਇਆ, ਉਹ ਮਤਲਬ ਕਿ ਉਹਨਾਂ ਨੇ ਕਿਹਾ ਸੀ ਕਿ ਤੈਨੂੰ ਮਾਫ ਕਰਨੀ ਕੋਈ ਦਵਾਈ ਆਉਂਦੀ ਐਲੋਪੈਥੀ ਕੋਈ ਵੀ ਮਾਫ? ਨਹੀਂ, ਹਾਂਜੀ ਇਹਨੇ ਮਾਫ ਕਰਨੀ ਆਉਂਦੀ। ਹਾਂਜੀ ਫਿਰ ਤਾਂ ਬੜਾ ਤਕਲੀਫ ਹੋਈ ਹੋਣੀ ਜਦੋਂ ਦਵਾਈ ਤੁਸੀਂ ਕੋਈ ਖਾ ਨਹੀਂ ਸਕਦੇ, ਦਰਦ ਸਰੀਰ 'ਚ ਹੈਗਾ ਜਾਂ ਕੋਈ ਨਾ ਕੋਈ ਪ੍ਰੋਬਲਮ ਹੈਗੀ, ਤਾਂ ਫਿਰ ਕਿੱਥੇ ਜਾਂਦੇ ਸੀਗੇ? ਤਾਂ ਇਹੋ ਹੀ ਬਾਹਲੀ ਮੈਨੂੰ ਤਕਲੀਫ ਆਉਂਦੀ ਸੀ, ਜਾਂ ਕਮਜ਼ੋਰੀ ਆਉਂਦੀ ਸੀ ਜਾਂ ਬੁਖਾਰ ਬਖੂਰ ਸੀ, ਉਵੇਂ ਮਤਲਬ ਕਿ ਵਧੀਆ ਸਰੀਰ ਬੀਪੀ ਵੀ ਘਟਦਾ ਸੀ ਜਾਂ ਕੁਝ? ਵੀ ਘਟਦਾ ਸੀਗਾ। ਤੇ ਫਿਰ ਕੁਛ ਚਿਰ ਬਾਅਦ ਮੇਰੀ ਧੜਕਣ ਵਧਣ ਲੱਗ ਗਈ, ਕਿਉਂਕਿ ਆਪਾਂ ਜਦੋਂ ਕੋਈ ਮੈਡੀਸਨ ਨੂੰ ਮੁੜ ਕੇ ਖਾਣੀ 'ਚ ਬੰਦ ਕਰਤੀ, ਕੁਛ ਨਹੀਂ ਖਾਂਦੇ ਸੀਗੇ, ਕੋਈ ਨਾ ਕੋਈ ਸਰੀਰ 'ਚ ਪ੍ਰੋਬਲਮ ਤਾਂ ਆਉਣੀ ਸੀਗੀ। ਮੇਰੀ ਧੜਕਣ ਵਧਣ ਲੱਗ ਪਈ, ਸਾਹ ਚੜਨ ਲੱਗ ਪਿਆ। ਫਿਰ ਮੁੜ ਕੇ ਮੈਂ ਇਹਦੀ ਦਵਾਈ ਲੈਣ ਜਾਵਾਂ ਕਰਾਂ, ਦੱਸ ਦੇਵਾਂ ਕਰਾਂ। ਜੇ ਮੈਂ ਆਖਾਂ ਕਿ ਜੇ ਮੈਂ ਡਾਕਟਰ ਨੂੰ ਨਾ ਦੱਸਿਆ, ਉਹਨੇ ਕਹਿਣਾ ਕਿ ਪਹਿਲਾਂ ਤੁਸੀਂ ਦੱਸਿਆ ਨਹੀਂਗਾ, ਤੇ ਜੇ ਮੈਂ ਦੱਸ ਦਿੱਤਾ ਤੇ ਉਹਨੇ ਮੈਨੂੰ ਦਵਾਈ ਨਹੀਂ ਦੇਣੀਗੀ। ਮੈਂ ਕਿਸੇ ਨੂੰ ਦੱਸਣਾ ਤੇ ਕਿਸੇ ਨੂੰ ਦੱਸਣਾ ਨਾ ਕਰਨਾ। ਜੇ ਮੈਂ ਜਿਹਨੂੰ ਨਹੀਂ ਦੱਸਦਾ ਉਹ ਦਵਾਈ ਦੇ ਅੰਦਰ ਰਿਐਕਸ਼ਨ ਹੋ ਜਾਂਦੀ ਸੀ? ਕੋਈ ਕਰ ਜਾਂਦੀ ਤੇ ਕੋਈ ਮਾਫ ਆ ਜਾਂਦੀ ਸੀ। ਜੇ ਕੋਈ ਸੈੱਟ ਆ ਗਈ ਫਿਰ ਮੈਨੂੰ ਪਤਾ ਲੱਗਣਾ ਮੈਨੂੰ ਹੁਣ ਤਾਂ ਸੈੱਟ ਆ ਗਈ ਆ, ਫਿਰ ਮੈਂ ਇੱਕ ਖੁਰਾਕ ਖਾਣੀ, ਫਿਰ ਮੈਂ ਉਹਨੇ 3 ਖੁਰਾਕਾਂ ਦੇਣੀਆਂ, ਫਿਰ ਇੱਕ ਖਾ ਲਈ। ਜੇ ਮੈਨੂੰ ਸੈੱਟ ਆ ਗਈ ਫਿਰ ਮੈਂ ਦੂਜੀਆਂ ਵੀ ਖਾ ਲੈਣੀਆਂ। ਜੇ ਇੱਕ ਵੀ ਨਾ ਸੈੱਟ ਆਈ ਤੇ ਫਿਰ ਮੁੜ ਕੇ ਦੂਜੀਆਂ ਵੀ ਨਹੀਂ ਖਾਣੀਆਂ। ਇੱਦਾਂ ਹੁੰਦੀ ਸੀ। ਅੱਛਾ, ਇਹ ਪ੍ਰੋਬਲਮ ਤੁਹਾਨੂੰ ਇਕੱਲੇ ਨੂੰ ਸੀ ਕਿ ਤੁਹਾਡੇ ਪਰਿਵਾਰ 'ਚ ਵੀ ਕਿਸੇ ਨੂੰ ਹੈਗੀ ਸੀ? ਨਹੀਂ ਜੀ, ਮੈਨੂੰ ਇਕੱਲੇ ਨਹੀਂ ਸੀ। ਇਹ ਕੁਝ ਖਾਣ ਪੀਣ ਇਦਾਂ ਦਾ ਸੀਗਾ ਜਾਂ ਫਿਰ ਵਾਤਾਵਰਨ ਇਦਾਂ ਦਾ ਸੀਗਾ ਕਿ ਕੀ ਲੱਗਾ ਕਿ ਕਿਉਂ ਇਹ ਆਈ ਹੋਣੀ ਪ੍ਰੋਬਲਮ? ਇਹ ਨਹੀਂ ਪਤਾ ਕਿਉਂ ਆਈ ਆ, ਮਤਲਬ ਮੈਨੂੰ ਕੋਈ ਖਾਣ ਪੀਣ ਦੀ ਨਹੀਂ ਕੋਈ ਪ੍ਰੋਬਲਮ, ਜੋ ਮਰਜ਼ੀ ਖਾਂਦੇ ਪੀਂਦੇ ਸੀਗੇ। ਕੋਈ ਖਾਣ ਪੀਣ ਵੱਲੋਂ ਜਾਂ ਆਹ ਪਾਈਦਾ ਨਹੀਂ ਆਪਾਂ ਨੂੰ ਜਾਂ ਕੁਛ ਵੀ ਇੱਦਾਂ ਦੇ ਖਾਣ ਪੀਣ ਵੱਲ ਕੋਈ ਪ੍ਰੋਬਲਮ। ਇਹ ਮੈਡੀਸਨ ਤੋਂ ਸੀ ਮੈਨੂੰ। ਆਲੇ ਦੁਆਲੇ ਕੋਈ ਇਸ ਤਰ੍ਹਾਂ ਦਾ ਚੀਜ਼ ਉਹ ਚੱਲ ਰਿਹਾ ਹੋਵੇ, ਜਿਵੇਂ ਕੋਈ ਕਾਰਖਾਨਾ ਲੱਗਿਆ ਹੁੰਦਾ ਹੈ, ਕੋਈ ਸਪਰੇਅ ਹੁੰਦੇ ਨੇ, ਕੋਈ ਇਸ ਤਰ੍ਹਾਂ ਦੀ ਚੀਜ਼ਾਂ ਵੀ ਹੈਗੀਆਂ ਆਲੇ ਦੁਆਲੇ? ਇੱਦਾਂ ਦੀ ਕੋਈ ਨਹੀਂ ਸੀ। ਹਾਂਜੀ, ਇੱਦਾਂ ਦੀ ਕੋਈ ਨਹੀਂ ਸੀ। ਮਤਲਬ ਸਿਰਫ ਪੱਕਾ ਆਇਆ ਵੀ ਦਵਾਈਆਂ ਤੋਂ ਹੀ ਰਿਐਕਸ਼ਨ? ਦਵਾਈਆਂ ਤੋਂ ਰਿਐਕਸ਼ਨ ਕਰਦੀ ਸੀ ਮੈਨੂੰ। ਤੇ ਫਿਰ ਕਦੇ ਮਨ 'ਚ ਆਇਆ ਵੀ ਮੈਂ ਹੁਣ ਕਿੱਥੇ ਜਾਵਾਂ, ਮੇਰੇ ਕੋਲ ਤਾਂ ਮੇਰੇ ਵਾਸਤੇ ਤਾਂ ਰੱਬ ਨੇ ਕੁਝ ਛੱਡਿਆ ਹੀ ਨਹੀਂ? ਇੱਦਾਂ ਮੈਂ ਸੋਚਦੀ ਹੁੰਦੀ ਸੀ। ਸਾਡੇ ਪਿੰਡ ਇੱਕ ਲੇਡੀ ਸੀਗੀ, ਉਹਦੀ ਧੜਕਣ ਬਹੁਤ ਵੱਧਦੀ, ਸਾਹ ਬਹੁਤ ਚੜ੍ਹਦਾ ਸੀਗਾ। ਇੱਦਾਂ ਅਸੀਂ ਗੁਰਦੁਆਰੇ ਮੱਥਾ ਟੇਕ ਕੇ ਤੁਰੇ ਆਉਂਦੇ ਸੀ, ਤੇ ਉਹ ਬੱਸ ਤੋਂ ਉਤਰੀ ਤੇ ਉਹਨੇ ਨਾ ਇੱਕ ਵਾਰੀ ਬੱਸ ਤੋਂ ਉਤਰਦਿਆਂ ਨੂੰ ਸਾਹ ਚੜ੍ਹ ਗਿਆ, ਧੜਕਣ ਵੱਧ ਗਈ, ਤੇ ਅਸੀਂ ਭੱਜ ਕੇ ਉਹਨੂੰ ਜਦੋਂ ਫੜਿਆ ਤੇ ਉਹ ਸਾਡੇ ਹੱਥਾਂ 'ਚ ਖਤਮ ਹੋ ਗਈ ਉੱਥੇ। ਜਦੋਂ ਖਤਮ ਹੋ ਗਈ ਤੇ ਮੈਂ ਨਾ ਇਹੋ ਹੀ ਸੋਚਣਾ ਕਰਨਾ ਕਿਸੇ ਦਿਨ ਮੇਰੇ ਨਾਲ ਵੀ ਉਹਦੇ ਵਾਲੀ ਹੋਣੀ ਆ, ਕਿ ਮੇਰੀ ਪਈ ਦੀ ਵੀ ਧੜਕਣ ਵੱਧ ਜਾਂਦੀ ਆ। ਤੁਰਦੀ ਵੀ ਇੱਕ ਆਪਾਂ ਮੰਨਨੇ ਆ ਨਾ, ਕੰਮ ਕਰ ਲਿਆ ਭਾਰਾ ਜਾਂ ਆਪਾਂ ਤੁਰ ਫਿਰ ਲਿਆ ਜ਼ਿਆਦਾ, ਆਪਾਂ ਨੂੰ ਸਾਹ ਚੜ੍ਹ ਗਿਆ ਜਾਂ ਧੜਕਣ ਵੱਧਦੀ, ਤਾਂ ਕਿ ਪਈ ਦੀ ਮੈਂ ਕਿਹੜਾ ਕੰਮ ਕੀਤਾ, ਪਈ ਦੀ ਧੜਕਣ ਵੱਧ ਜਾਂਦੀ ਆ। ਤੇ ਮੈਂ ਕਈ ਵਾਰ ਸੋਚਣਾ ਕਿ ਇੱਦਾਂ ਕਰਦੀ ਜਿਵੇਂ ਉਹਨੂੰ ਉਹਦਾ ਚਾਂਸੇ ਬਣਿਆ ਕਿ ਉੱਦਾਂ ਮੇਰੇ ਨਾਲ ਬਣ ਜਾਣਾ। ਮੈਂ ਇਹੀ ਸੋਚਣਾ ਕਰਨਾ, ਫਿਰ ਆਖਣਾ ਚਲੋ ਰੱਬ ਤੇ ਡੋਰੀਆਂ, ਜਿੰਨਾ ਚਿਰ ਜ਼ਿੰਦਗੀ ਹੈਗੀ ਫਿਰ ਵੇਖੀ। ਕਦੇ ਕਿਸੇ ਵੱਡੇ ਹਸਪਤਾਲ 'ਚ ਜਾਂ ਕਿਸੇ ਵੱਡੇ ਡਾਕਟਰ ਨਾਲ ਮਿਲੇ ਵੀ ਮੈਨੂੰ ਆਹ ਪ੍ਰੋਬਲਮ ਆਉਂਦੀ ਹੈ, ਇਹ ਕਿਉਂ ਆਉਂਦੀ ਹੈ? ਡਾਕਟਰ ਨੂੰ ਇੱਕ ਵਾਰ ਅਸੀਂ ਗੱਲ ਕੀਤੀ ਸੀਗੀ, ਉਹ ਆਂਦਾ ਕਿ ਵੈਸੇ ਪਤਾ ਨਹੀਂ ਲੱਗਦਾ ਕਿ ਖੂਨ ਦੀ ਪ੍ਰੋਬਲਮ ਆ। ਤੇ ਅਸੀਂ ਆਖਿਆ ਕੋਈ ਜਾਂਦੀ ਮੈਡੀਸਨ ਨੂੰ, ਉਹ ਆਂਦੇ ਮੈਡੀਸਨ ਅਸੀਂ ਤੁਹਾਨੂੰ ਦਈਏ ਕੀ ਜੇ ਤੁਹਾਨੂੰ ਰਿਐਕਸ਼ਨ ਨਹੀਂ ਕਰਦੀ। ਤੁਸੀਂ ਇਹ ਨਹੀਂ ਕਿਹਾ ਮੇਰਾ ਸਾਰਾ ਖੂਨ ਹੀ ਬਦਲ ਦੋ? ਨਹੀਂ ਜੀ, ਇਹ ਨਹੀਂ ਗਿਆ ਜੀ। ਨਹੀਂ, ਇਹ ਨਹੀਂ ਗਿਆ ਇਹਨੂੰ। ਤੇ ਤੁਹਾਡੇ ਬਾਪੂ ਬੇਬੇ ਨੂੰ ਵੀ ਇਦਾਂ ਦੀ ਹੁੰਦੀ ਸੀਗੀ? ਨਹੀਂ ਜੀ, ਕਿਸੇ ਨੂੰ ਨਹੀਂ ਸੀਗੀ। ਕਦੇ ਕਿਸੇ ਨੂੰ ਹੋਈ ਨਹੀਂ? ਨਹੀਂ, ਇਹ ਤਾਂ ਮੈਨੂੰ ਇਕੱਲੇ ਹੀ ਨਹੀਂ ਸੀਗੀ। ਤੇ ਫਿਰ ਜਦੋਂ ਇਸ ਲੈਵਲ ਦੇ ਉੱਤੇ ਜਦੋਂ ਪ੍ਰੋਬਲਮ ਪਹੁੰਚ ਜਾਂਦੀ ਤਾਂ ਫਿਰ ਘਰ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਰਹਿੰਦਾ ਸੀ ਜਦੋਂ ਤੁਹਾਨੂੰ ਇਦਾਂ ਦੀ ਹੱਥਾਂ ਪੈਰਾਂ ਦੀ ਪੈ ਗਈ? ਬੱਚਿਆਂ ਦੇ ਵਿੱਚ ਜਾਂ ਪਤੀ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਸੀ? ਉਹਨਾਂ ਨੂੰ ਵੀ ਪਰੇਸ਼ਾਨੀ ਬਾਹਲੀ ਆ ਜਾਂਦੀ ਸੀਗੀ ਕਿ ਅੱਧੂ ਫਿਰ ਅਸੀਂ ਨਾ ਹੀ ਦਵਾਈ ਦਵਾਉਂਦੇ ਤੇ ਉਹ ਚੰਗਾ ਸੀਗਾ, ਕਿ ਜੇ ਅਸੀਂ ਉਹਨੂੰ ਦਵਾਈ ਦਵਾਤੇ ਜੇ ਕੋਈ ਚਾਂਸ ਬਣ ਗਿਆ, ਕੋਈ ਨੁਕਸਾਨ ਹੋ ਗਿਆ ਤੇ ਅਸੀਂ ਕੀ ਕਰਾਂਗੇ, ਬੱਚੇ ਨਿੱਕੇ ਆ। ਉਹਨਾਂ ਨੂੰ ਇਹ ਬਾਹਲੀ ਪਰੇਸ਼ਾਨੀ ਆਉਂਦੀ ਸੀਗੀ। ਫਿਰ ਜਦੋਂ ਮੈਨੂੰ ਕੋਈ ਮਾੜੀ ਮੋਟੀ ਪ੍ਰੋਬਲਮ ਆਉਣੀ, ਫਿਰ ਉਹਨਾਂ ਨੇ ਮਤਲਬ ਕਿ ਮੈਨੂੰ ਦੇਸੀ ਇਲਾਜ ਹੀ ਮਾੜੇ ਮੋਟੇ ਕਰਕੇ ਦੇਣੇ, ਜਿਵੇਂ ਸੌਂਫ ਜਵੈਣ ਜਾਂ ਇੱਦਾਂ ਦੀਆਂ ਚੀਜ਼ਾਂ ਮੈਨੂੰ ਕਹਿਣਾ ਤੂੰ ਖਾ ਪੀ ਲਾ, ਚਾਹ 'ਚ ਕਾੜ ਕੇ ਦੇ ਦੇਣੇ ਜਾਂ ਕੁੱਦਾਂ ਵੀ ਇੱਦਾਂ ਚੀਜ਼ਾਂ ਦੇਣੀਆਂ। ਉਹਨਾਂ ਆਖਣਾ ਕਿ ਤੂੰ ਨਾ ਦਵਾਈ ਲੈ, ਇਹ ਕਰ ਦਿੰਦੇ ਸੀ ਮੈਨੂੰ। ਜਦੋਂ ਇੱਕ ਵਾਰ ਮੰਨ ਲਓ ਤੁਹਾਨੂੰ ਦਵਾਈ ਲਿੱਤੀ, ਤੁਹਾਨੂੰ ਰਿਐਕਸ਼ਨ ਹੋ ਗਿਆ, ਉਹ ਕਿੰਨੇ ਦਿਨ ਤੱਕ ਤੁਹਾਨੂੰ ਤੰਗ ਕਰਦਾ ਸੀ? ਫਿਰ ਉਹ ਮਤਲਬ ਮੈਨੂੰ 2-3 ਦਿਨ ਮੈਂ ਸਰੀਰ ਨੂੰ ਖਿੱਚ ਪਾ ਜਾਂਦਾ ਸੀ ਕਿ ਮੇਰਾ ਸਰੀਰ ਜਮਾ ਨਹੀਂ ਸੀ ਮੁੜ ਕੇ ਫਿਰ ਉੱਠਦਾ ਨਹੀਂ। ਉਦੋਂ 2-3 ਦਿਨ ਤੁਸੀਂ ਜਿਹੜੇ ਉਹ ਕੰਮ ਨਕਾਰਾ ਹੋ ਜਾਂਦਾ ਸੀ? ਹਾਂਜੀ, ਜਮਾ ਬੇਕਾਰ ਹੋ ਜਾਂਦਾ, ਜਮਾ ਮਿੱਟੀ ਬਣ ਜਾਂਦਾ ਸੀ। ਜਿਵੇਂ ਮੰਨ ਲਓ ਇੱਕ ਵਾਰ ਸਰੀਰ ਖਿੱਚਿਆ ਗਿਆ ਐ ਹੋ ਜਾਂਦਾ ਸੀ। ਨਹੀਂ, ਫਿਰ ਇੱਕ ਡਰ ਨਹੀਂ ਬੈਠ ਗਿਆ ਹੋਣਾ ਵੀ ਅੰਦਰ ਵੀ ਮੈਂ ਹੁਣ ਇੱਕ ਵਾਰ ਹੋ ਗਿਆ, 2 ਵਾਰ, ਇੱਕ ਇਹੋ ਜਿਹਾ ਕਿੰਨੀ ਕੁ ਵਾਰ ਹੋਇਆ ਸੀ ਤੁਹਾਡੇ ਨਾਲ? ਇਹ 4 ਵਾਰੀ ਹੋ ਗਿਆ ਸੀ। ਅੱਛਾ। ਹਾਂਜੀ, 4 ਵਾਰੀ ਹੋਇਆ। ਮੈਂ ਡਰਦੀ ਮੈਡੀਸਨ ਤਾਂ ਖਾਂਦੀ ਨਹੀਂ ਸੀ, ਫਿਰ ਮੈਂ ਨਹੀਂ ਸੀ ਚੜ੍ਹ ਜਾਵੇ, ਕਿੰਨਾ ਕੁ ਬੁਖਾਰ ਚੜ੍ਹ ਜੂਗਾ, ਕਿ ਕਮਜ਼ੋਰੀ ਆ ਕਿੰਨੀ ਕੁ ਆ ਜੂਗੀ, ਫਿਰ ਮੈਂ ਡਰਦੀ ਜੇ ਬਾਹਲਾ ਆਵੇ ਬੇਹੱਦ ਹੋਣਾ ਫਿਰ ਮੈਂ ਡਾਕਟਰ ਨੂੰ ਜਾਣਾ, ਬਦਲ ਕੇ ਡਾਕਟਰ ਕੋਲ ਜਾਣਾ, ਮਤਲਬ ਉਸੇ ਡਾਕਟਰ ਕੋਲ ਨਹੀਂ ਦੁਬਾਰਾ ਜਾਣਾ। ਉਹ ਤਾਂ ਉਹਨੇ ਤਾਂ ਪਛਾਣ ਲੈਣਾ ਵੀ ਨਹੀਂ ਇਹ ਬੀਬੀ ਨੂੰ ਨਹੀਂ ਦੇਣੀ, ਇਹਨਾਂ ਨਹੀਂ ਦੇਣੀ ਦਵਾਈ, ਬਦਲ ਕੇ ਡਾਕਟਰਾਂ ਕੋਲ ਜਾਣਾ ਮੈਂ। ਉਹ ਤਾਂ ਦੂਰੇ ਦੇ ਕੇ ਕਹਿੰਦਾ ਨਾ ਬੀਬੀ ਤੇਰੇ ਨਾਲ। ਹਾਂਜੀ, ਉਹ ਤਾਂ ਦੂਰੇ ਕਹਿ ਦਿੰਦੇ ਸੀ ਕਿ ਨਹੀਂ ਦਵਾਈ ਇਸ ਤਰ੍ਹਾਂ ਦੇਣੀ ਨਹੀਂ, ਕਿ ਤੁਹਾਨੂੰ ਰਿਐਕਸ਼ਨ ਕਰਦੀ ਹੈ।
ਐਂ ਕਰਦੇ ਸੀ। ਕਦੇ ਕੋਈ ਐਦਾਂ ਦਾ ਹੋਇਆ ਵੀ ਕੋਈ ਡਾਕਟਰ ਦੀਆਂ ਮਿੰਨਤਾਂ ਕੀਤੀਆਂ ਵੀ ਨਹੀਂ ਕੋਈ ਗੱਲ ਨਹੀਂ, ਮੈਨੂੰ ਤੂੰ ਦਵਾਈ ਬਦਲ ਕੇ ਦੇ ਦੇ ਜਾਂ ਕੁਛ ਇਸ ਤਰ੍ਹਾਂ ਦੀ? ਡਾਕਟਰ ਨੂੰ ਮੈਂ ਆਖਿਆ ਸੀ, ਮੈਂ ਕਿਹਾ ਤੁਸੀਂ ਰਕਸ਼ਨ ਵਾਲੀ ਗੋਲੀ ਚ ਪਾ ਦਿਓ, ਫਿਰ ਮੈਨੂੰ ਨਹੀਂ ਹੋਏਗੀ। ਉਹ ਆਂਦੇ ਜੇ ਫਿਰ ਵੀ ਹੋ ਗਈ, ਕੋਈ ਨੁਕਸਾਨ ਹੋ ਗਿਆ, ਕਿਵੇਂ ਸਾਡੇ ਪੇਟੇ ਪੈ ਜਾਊਗਾ, ਕਿ ਅਸੀਂ ਤੁਹਾਨੂੰ ਦਵਾਈ ਨਹੀਂ ਦੇਣੀ। ਉਹ ਨਹੀਂ ਸੀ ਦਿੰਦੇ ਦਵਾਈ। ਫਿਰ ਆਖਰਕਾਰ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਫਿਰ ਆਖਰਕਾਰ ਜਿਹੜਾ ਉਹ ਕੋਈ ਰਸਤਾ ਨਜ਼ਰ ਆਇਆ ਕਿਸੇ ਪਾਸੋਂ ਤੁਹਾਨੂੰ? ਰਸਤਾ ਕੋਈ ਨਹੀਂ ਨਜ਼ਰ ਆਇਆ। ਇਹੀ ਸੋਚਦੇ ਸੀ ਚੱਲ ਫਿਰ ਵੇਖੀ ਜਾਊਗੀ, ਜੇ ਹੁਣ ਦਵਾਈ ਖਾ ਕੇ ਨੁਕਸਾਨ ਹੋ ਜਾਊਗਾ, ਬੁਖਾਰ ਆ ਫਿਰ ਚੜ੍ਹਦਾ ਜਾਂ ਕਮਜ਼ੋਰੀ ਵਾਲੀ ਆਉਂਦੀ ਸਰੀਰ ਦੇ ਵਿੱਚ, ਇਹੋ ਹੀ ਆ ਤਕਲੀਫ, ਹੋਰ ਕੋਈ ਨਹੀਂ। ਉਹ ਕੋਈ ਤਾਕਤ ਵਾਲੀ ਚੀਜ਼ ਖਾ ਲਾ ਕਰਾਂਗੇ, ਫਲ ਫਰੂਟ ਖਾ ਲਾ ਕਰਾਂਗੇ, ਕਮਜ਼ੋਰੀ ਤੋਂ ਨਾ ਤਾਕਤ ਵਾਲੇ ਟੀਕੇ, ਤਾਕਤ ਦੀ ਬੋਤਲ ਕੋਈ ਲਵਾਵਾਂਗੇ। ਬੁਖਾਰ ਤੋਂ ਪ੍ਰੋਬਲਮ ਇਹ ਆਉਂਦੀ ਸੀ, ਫਿਰ ਆਖੀਦਾ ਸੀ ਚੱਲ ਕੋਈ ਹੋਰ ਓੜ-ਪੋੜ ਕਰ ਲਾ ਕਰਾਂਗੇ, ਕਿ ਨਹੀਂ ਦਵਾਈ ਲੈਂਦੇ ਅਸੀਂ। ਫਿਰ ਘਰ ਦੇ ਵੀ ਸਾਰੇ ਪਰਿਵਾਰ ਹੀ ਕਹਿਣ ਲੱਗ ਪਿਆ ਕਿ ਤੂੰ ਮੈਡੀਸਨ ਨਾ ਖਾਇਆ ਕਰ। ਜੀ ਫਿਰ ਹੁਣ ਉਸ ਤੋਂ ਬਾਅਦ ਫਿਰ ਕਿਤੋਂ ਇਲਾਜ ਕਰਾਇਆ? ਫਿਰ ਇਲਾਜ ਕੋਈ ਨਹੀਂ, ਫਿਰ ਹੌਲੀ ਹੌਲੀ ਸਾਨੂੰ ਪਤਾ ਲੱਗਾ ਆਪਣੇ ਨੇਚਰਲੋਪੈਥੀ, ਆਪਣੇ ਹੈਲਥ ਕੇਅਰ ਵਾਲੇ ਡਾਕਟਰ ਵਰਿੰਦਰ ਸਿੰਘ ਭੁੱਲਰ। ਹਾਂਜੀ, ਵਰਿੰਦਰ ਸਿੰਘ ਭੁੱਲਰ। ਇਹਨਾਂ ਆਪਣੇ ਨਾਗੀ ਵੀਰ ਜੀ ਨੇ ਫਿਰ ਦੱਸ ਪਾਈ, ਇਹਨਾਂ ਨੇ ਆਪਣਾ ਮਿਲਾਇਆ, ਆਪਣੇ ਵਰਿੰਦਰ ਸਿੰਘ ਭੁੱਲਰ ਸਿੰਘ ਮਿਲਾਇਆ, ਇਹਨਾਂ ਨੂੰ ਆਪਦੀ ਮੈਂ ਪ੍ਰੋਬਲਮ ਸਾਰੀ ਦੱਸੀ। ਉਹਨਾਂ ਨੇ ਸਾਨੂੰ ਇਹ ਪ੍ਰੋਡਕਟ ਦੱਸੇ, MD, ਤੁਲਸੀ, ਗਲੋਏ, ਨਮਕ, ਇਹ ਚੀਜ਼ਾਂ ਵਰਤੋ ਤੁਸੀਂ ਠੀਕ ਹੋ ਜਾਓਗੇ। ਫਿਰ ਮੈਂ ਸੋਚਿਆ ਕਿ ਮੈਨੂੰ ਕਿਤੇ ਇਹ ਵੀ ਨਾ ਕਰ ਜਾਵੇ, ਮੈਂ ਇਹਨਾਂ ਤੋਂ ਵੀ ਡਰਦੀ ਸੀ ਕਿ ਨਾ ਮੈਨੂੰ ਇਹ ਵੀ ਰਕਸ਼ਨ ਕਰ ਜੇ। ਫਿਰ ਮੈਂ ਇੱਕ ਦਿਨ ਲੈ ਤਾਂ ਗਈ, ਫਿਰ ਮੈਂ 2-3 ਦਿਨ ਰੱਖ ਛੱਡੀ, ਨਾ ਵਰਤੇ। ਫਿਰ ਇੱਕ ਦਿਨ ਮੈਂ ਕਿਹਾ ਚੱਲ ਵੇਖਣੇ ਆ, ਲੈ ਕੇ ਵੇਖੀ ਜਾਓ। ਜਦ ਮੈਂ MD ਪੀਤੀ, ਮੈਨੂੰ ਕੋਈ ਪ੍ਰੋਬਲਮ ਨਾ ਆਈ। ਫਿਰ ਅੱਧੇ ਘੰਟੇ ਦਾ ਮੈਨੂੰ ਪਤਾ ਹੁੰਦਾ ਸੀ ਕਿ ਅੱਧੇ ਘੰਟੇ ਦੇ ਵਿੱਚ ਜੇ ਮੈਨੂੰ ਰੈਕਸ਼ਨ ਕਰ ਗਈ, ਨਹੀਂ ਕਰੂਗੀ ਫਿਰ ਮੈਨੂੰ ਠੀਕ ਆ। ਮੈਂ ਅੱਧੇ ਘੰਟੇ ਪਹਿਲਾਂ MD ਪੀਤੀ, ਫਿਰ ਮੈਂ ਗਲੋ ਪੀਤੀ, ਅੱਧਾ ਘੰਟਾ ਵੇਖਿਆ, ਫਿਰ ਮੈਂ ਤੁਲਸੀ ਵੀ ਲਈ। ਇਸ ਤਰ੍ਹਾਂ ਕਰਕੇ ਸਾਰੀਆਂ ਚੀਜ਼ਾਂ ਲਈਆਂ ਜਦੋਂ, ਤੇ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ, ਜਮਾਂ ਠੀਕ। ਫਿਰ ਮੈਂ ਡੇਲੀ ਲੈਣ ਲੱਗ ਗਈ। ਜਦੋਂ ਡੇਲੀ ਵਰਤਣ ਲੱਗ ਗਏ ਕਿ ਮੈਨੂੰ ਅੱਜ ਹੋਰ ਭਲਕੇ ਹੋਰ ਮੈਨੂੰ ਮਤਲਬ ਪੈਦਾ ਹੋਣਾ ਸ਼ੁਰੂ ਹੋ ਗਿਆ। ਫਿਰ ਮੈਂ 90 ਦਿਨ ਦਾ ਕੋਰਸ ਪੂਰਾ ਕੀਤਾ। ਫਿਰ ਮੈਨੂੰ ਸਾਹ ਵੀ ਨਹੀਂ ਚੜ੍ਹਦਾ ਸੀ, ਧੜਕਣ ਨਹੀਂ ਵੱਧਦੀ ਸੀ, ਵਧੀਆ ਬਹੁਤ ਮੈਨੂੰ ਆਪਣੇ ਆਪ ਨੂੰ ਐਂ ਲੱਗਦਾ ਸੀ ਮੇਰੇ ਸਰੀਰ ਦੇ ਵਿੱਚ ਕੋਈ ਰੋਗ ਹੀ ਨਹੀਂ। ਹਾਂਜੀ, ਤੇ ਕਦੀ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਨੂੰ ਮੈਂ ਭੁੱਲ ਗਈ ਸੀ ਪਿਛਲੀਆਂ ਕਿ ਮੈਨੂੰ ਕੋਈ ਪ੍ਰੋਬਲਮ ਆਈ ਸੀ ਕਿ ਨਹੀਂ ਆਈ। ਅੱਜ ਤੁਸੀਂ ਐਲੋਪੈਥੀ ਲੈ ਸਕਦੇ ਹੋ ਕਿ ਹੁਣ ਲੈਣੀ ਹੋਣੀ? ਨਹੀਂ, ਹੁਣ ਨਹੀਂ ਲੈਂਦੇ। ਹਾਂਜੀ, ਜਦੋਂ ਦਾ ਆਪਾਂ ਇਹ ਪ੍ਰੋਡਕਟ ਵਰਤਣ ਲੱਗੇ ਐਲੋਪੈਥੀ, ਜਮਾਂ ਨਹੀਂ। ਡਾਕਟਰ ਤਾਂ ਅੱਗੇ ਆਉਂਦੇ ਸੀ, ਤੀਜੇ ਕੁ ਦਿਨ ਤੁਰੀ ਆਉਂਦੀ ਸੀ, ਹੁਣ ਕਦੀ ਨਹੀਂ ਆਈ। ਤੇ ਤਾਂ ਬਲੱਡ ਹੀ ਬੜਾ ਘਟਦਾ ਹੁੰਦਾ ਸੀ ਨਾ, ਉਹ ਬਲੱਡ ਤੋਂ ਸਾਡਾ ਨਮਕ ਹੈਗਾ, ਅਸੀਂ ਉਹ ਆਪਦਾ ਵਰਤਨੇ ਆ ਕਿ ਮੈਂ ਜਦੋਂ ਘਟੇ ਲੱਗੇ ਮੈਨੂੰ ਘੋਲ ਕੇ ਪੀ ਲਈਦਾ, ਨਾ ਵੱਧਦਾ। ਪਹਿਲੀ ਗੱਲ ਸਬਜ਼ੀ 'ਚ ਡੇਲੀ ਵਰਤਨੇ ਹੁਣ ਨਾ ਵੱਧਦਾ ਤੇ ਨਾ ਘਟਦਾ। ਨਾਲੇ ਬਲੱਡ ਪ੍ਰੈਸ਼ਰ ਵੀ ਠੀਕ ਹੋ ਗਿਆ? ਸਾਰੇ ਕੁਛ ਹੀ ਠੀਕ ਹੋ। ਹੁਣ ਮੰਨ ਲਓ ਜਿਹੜਾ ਸਾਹ ਜਾਂ ਰੁਕਦਾ ਸੀ ਉਹ ਵੀ ਹੁਣ ਠੀਕ ਹੈ। ਹਾਂ, ਉਹ ਵੀ ਨਹੀਂ ਹੁਣ ਹੁੰਦਾ। ਹਾਂ, ਇਹ ਕਿਹੜੇ ਪ੍ਰੋਡਕਟ ਤੁਸੀਂ ਵਰਤੇ, ਜਿਵੇਂ ਇੱਕ MD, ਤੁਲਸੀ, ਗਲੋਏ, ਨਮਕ, ਹੋਰ ਕੋਈ ਵੀ ਵਰਤਿਆ? ਹੋਰ ਸਪੈਰੋਲੀਨਾ ਵੀ ਵਰਤੀ ਆ। ਅੱਛਾ, ਉਹ ਵੀ ਅਸੀਂ ਵਰਤੀਆਂ ਸੀ। ਮਤਲਬ ਇੱਕ ਹਿਸਾਬ ਨਾਲ ਸਾਰਾ ਪ੍ਰੋਡਕਟ ਹੀ ਵਰਤਿਆ, ਮਤਲਬ ਜਿੰਨੇ ਵੀ ਹੈਗੇ ਸੀ। ਹੁਣ ਸਾਡੇ ਘਰ ਪੇਸਟ ਵੀ ਇਹੋ ਚੱਲਦੀ, ਸ਼ੈਂਪੂ ਵੀ, ਤੇਲ ਵੀ, ਸਾਰੇ ਮਤਲਬ ਸਾਰੀ ਚੀਜ਼ ਹੀ ਇਹੋ ਆ ਸਾਡੇ, ਕੋਈ ਬਾਹਰਲੀ ਸਾਡੀ ਨਹੀਂ ਹੈਗੀ। ਹਾਂਜੀ, ਪਰ ਇਹ ਮਹਿੰਗੇ ਨਹੀਂ ਹੈਗੇ? ਹਾਂਜੀ, ਮਹਿੰਗੇ ਨਹੀਂ ਹੈਗੇ। ਸਰੀਰ ਨਾਲੋਂ ਕੀ ਮਹਿੰਗਾ? ਆਪਦਾ ਸਰੀਰ ਨੂੰ ਵੇਖਣਾ, ਉੱਥੇ ਡਾਕਟਰਾਂ ਨੂੰ ਪੈਸੇ ਭਰਾਂਗੇ, ਹਸਪਤਾਲਾਂ 'ਚ ਰੋਲਾਂਗੇ, ਆਖੀ ਤਾਂ ਉਦੋਂ ਆਪਦੀ ਚੀਜ਼ ਚੰਗੀ ਵਰਤੀ ਚੰਗੀ, ਕਿ ਸਾਨੂੰ ਇਹ ਮਹਿਸੂਸ ਨਹੀਂ ਹੁੰਦਾ ਕਿ ਮਹਿੰਗੇ ਆਉਂਦੇ। ਤੇ ਸਾਨੂੰ ਆਪਦੇ ਸਰੀਰ ਨਾਲ ਇੱਕ ਚੰਗੀ ਚੀਜ਼ ਵਰਤਾਂਗੇ, ਚੰਗਾ ਸਰੀਰ ਉਹੋ ਜਿਹਾ ਆਪਣੀ ਲੰਮੀ ਉਮਰ ਹੋਊਗੀ, ਤੇ ਉਹ ਆਪਦਾ ਪਰਿਵਾਰ 'ਚ ਵਧੀਆ ਰਹਾਂਗੇ। ਸਾਡਾ ਸਾਰਾ ਪਰਿਵਾਰ ਹੀ ਪ੍ਰੋਡਕਟ ਇਹੋ ਹੀ ਵਰਤਦੇ। MD, ਤੁਲਸੀ, ਗਲੋ ਤਾਂ ਸਾਡੇ ਡੇਲੀ ਚੱਲਦੇ। ਹਾਂਜੀ, ਤੇ ਪਰਿਵਾਰ ਦੇ ਵਿੱਚ ਵੀ ਕਿਸੇ ਨੂੰ ਫਿਰ ਪ੍ਰੋਬਲਮ ਆਈ ਬਾਅਦ 'ਚ ਤੁਸੀਂ ਉਹਨੂੰ ਇਹ ਚੀਜ਼ਾਂ ਦਿੱਤੀਆਂ, ਠੀਕ ਹੋਇਆ? ਪਰਿਵਾਰ ਦੇ ਵਿੱਚ ਮੰਨ ਲਓ ਕਿ ਹੁਣ ਮੈਂ ਆਪ ਠੀਕ ਹੋਈ ਕਰਕੇ ਪਰਿਵਾਰ ਦੇ ਵਿੱਚ ਵੀ ਮਾੜਾ ਮੋਟਾ ਕੋਈ ਵੀ ਕਿਸੇ ਨੂੰ ਪ੍ਰੋਬਲਮ ਹੋਵੇ, ਮੈਂ ਡਾਕਟਰ ਦੇ ਨਹੀਂ ਜਾਣ ਦਿੰਦੀ। ਇਹੋ ਚੀਜ਼ਾਂ ਉਹਨਾਂ ਨੂੰ ਆਣੀ, ਇਹੋ ਵਰਤੋ ਤੁਸੀਂ। MD ਦਿੰਦੇ ਆ, ਗਲੋਏ ਦਿੰਦੇ ਆ, ਤੁਲਸੀ ਦੇਈਦੀ ਆ, ਤਾਂ ਕਿ ਇਹ ਵਰਤੋ ਤੁਸੀਂ, ਨਹੀਂ ਡਾਕਟਰ ਦੇ ਨਹੀਂ ਜਾਣਾਗਾ। ਉਹ ਵੀ ਇਹੀ ਵਰਤਦੇ ਆ, ਡਾਕਟਰ ਦੇ ਨਹੀਂ ਜਾਣਾ। ਕੀ ਪ੍ਰੋਬਲਮਾਂ ਆਈਆਂ ਜਿਹੜੀਆਂ ਤੁਸੀਂ ਠੀਕ ਕੀਤੀਆਂ ਪਰਿਵਾਰ ਦੇ ਵਿੱਚ? ਪਰਿਵਾਰ ਦੇ ਵਿੱਚ ਬੱਚੇ ਨੂੰ ਵੀ ਇੱਕ ਵਾਰ ਬੁਖਾਰ ਬਹੁਤ ਚੜ੍ਹ ਗਿਆ ਸੀਗਾ, ਤੇ ਉੱਠਿਆ ਨਹੀਂ ਜਾਂਦਾ, ਤੇ ਇਹਨੂੰ ਕਹਿਣ ਲੱਗ ਪਏ ਤੇਰੇ ਸੈੱਲ ਡਾਊਨ ਹੋ ਗਏ, ਤੈਨੂੰ ਐਂ ਹੋ ਗਿਆ, ਉਹ ਹੋ ਗਿਆ, ਤੂੰ ਚੈੱਕ ਕਰਾ। ਮੇਰੇ ਬੱਚੇ ਨੂੰ ਕਹਿਣ ਲੱਗ ਗਏ ਕਈ। ਮੈਂ ਆਖਿਆ ਨਹੀਂ, ਅਸੀਂ ਨਹੀਂ ਕਿਤੇ ਵੀ ਜਾਣਾਗਾ। ਮੈਨੂੰ ਕਹਿੰਦੇ ਇਹਨੂੰ ਲੈ ਕੇ ਜਾਇਆ, ਮੰਜੇ ਤੋਂ ਉੱਠਦਾ ਹੀ ਨਹੀਂਗਾ, ਇਹਦੇ ਸੈੱਲ ਡਾਊਨ। ਮੈਂ ਕੋਈ ਗੱਲ ਨਹੀਂ, ਜੇ ਸੈੱਲ ਡਾਊਨ ਆ ਤਾਂ ਮੈਂ ਲਗਾਤਾਰ ਇਹਨੂੰ ਗਲੋ ਪਿਆਈ। ਇਹ ਕਮਜ਼ੋਰੀ ਹੋ ਗਈ ਹੈ। ਮੈਂ ਜੂਸ ਪਿਆ ਸੀਗਾ ਸਾਡੇ, ਉਹ ਜੂਸ ਵੀ ਇਹਨਾਂ ਨੂੰ ਪਿਆਇਆ ਬੱਚੇ ਨੂੰ, ਕਿ ਮੁੜ ਕੇ ਦੂਜੇ ਤੀਜੇ ਦਿਨ ਬਹੁਤ ਵਧੀਆ ਹੋ ਗਏ। ਤੇ ਮੈਂ ਇਹ ਮੈਡੀਸਨ ਨਹੀਂ ਲੈਣ ਦਿੱਤੀ, ਉਹਨਾਂ ਨਾਲ ਹੀ ਠੀਕ ਹੋ ਗਈ। ਤੁਸੀਂ ਸਾਇੰਸ ਕਲਾਸਾਂ ਲਾਈਆਂ ਕਦੇ? ਹਾਂਜੀ, ਲਾਈਆਂ ਜੀ। ਅੱਛਾ, ਤੁਸੀਂ ਵੀ ਲਾਈਆਂ? ਹਾਂਜੀ, ਆਪਾਂ ਨੂੰ ਹਾਈ ਕੱਟ ਮਿਲ ਗਿਆ। ਕਿਵੇਂ ਪਤਾ ਲੱਗਾ ਵੀ ਸਾਇੰਸ ਕਲਾਸਾਂ ਵੀ ਲਾਣੀਆਂ? ਇਹ ਆਪਣੇ ਮਤਲਬ ਦੱਸਿਆ ਸੀਗਾ ਵਰਿੰਦਰ ਭੁੱਲਰ ਸਾਹਿਬ ਨੇ, ਆਪਾਂ ਨੂੰ ਮਤਲਬ ਪੜ੍ਹਾਉਣਾ, ਸਿਖਾਉਣਾ, ਕਿਵੇਂ ਆਪਾਂ ਨੂੰ ਕੀ ਚੀਜ਼ ਲੈਣੀ ਚਾਹੀਦੀ ਹੈ, ਕਿਹੜੇ ਟਾਈਮ ਆਪਾਂ ਨੂੰ ਕੀ ਖਾਣਾ ਚਾਹੀਦਾ, ਕਿਹੜੇ ਟਾਈਮ ਪਰ ਨਹੀਂ ਖਾਣਾ ਚਾਹੀਦਾ। ਆਪਾਂ ਨੂੰ ਇਹਨਾਂ ਨੇ ਸਾਰਾ ਸਮਝਾਇਆ ਸੀਗਾ। ਉਸ ਤਰ੍ਹਾਂ ਆਪਾਂ ਅੱਗੇ ਪਰਿਵਾਰ ਨੂੰ ਵੀ ਸਮਝਾਈਦਾ ਕਿ ਆਹ ਚੀਜ਼ ਖਾਓ, ਆਹ ਨਾ ਖਾਓ, ਆਪਾਂ ਨੁਕਸਾਨ ਵਾਲੀ ਆ ਨਹੀਂ ਨੁਕਸਾਨ ਵਾਲੀ, ਇੱਦਾਂ ਕਰਕੇ।
ਤੇ ਸਾਇੰਸ ਕਲਾਸਾਂ 'ਚੋਂ ਜੋ ਆਪਣੇ ਡਾਕਟਰ ਆਪ ਬਣੇ ਉਹਦਾ ਕੁਝ ਹੋਰਾਂ ਨੂੰ ਵੀ ਫਾਇਦਾ ਹੋਇਆ ਤੁਹਾਡਾ? ਹਾਂਜੀ ਬਹੁਤ ਵੱਡਾ ਹੈ। ਕੀ ਕਿਸੇ ਨੂੰ ਕੋਈ ਸਲਾਹ ਦਿੱਤੀ ਕੋਈ? ਹਾਂਜੀ ਬਹੁਤ ਸਲਾਹ ਦਿੱਤੀ ਜੀ ਕਿਵੇਂ? ਕਿ ਇੱਦਾਂ ਕਰਕੇ ਆਪਾਂ ਸਮਝਾਈਦਾ ਸੀ ਜਾ ਕੇ ਕਿ ਆਹ ਚੀਜ਼ ਹੈ ਖਾਣੀ ਤੁਸੀਂ ਆ ਨਹੀਂ ਖਾਣੀ ਗੀ, ਕਿ ਆਪਾਂ ਨੈਚੁਰਲੋਪੈਥੀ ਨਾਲ ਮਤਲਬ ਠੀਕ ਹੋ ਜਾਵਾਂਗੇ, ਮੰਨ ਲਓ ਆਪਾਂ ਮੈਡੀਸਨ ਨਹੀਂ ਖਾਣੀ ਗੀ, ਆਪਾਂ ਕੁਦਰਤੀ ਇੱਕ ਆਪਣਾ ਸਰੀਰ ਬਣਿਆ ਤੇ ਕੁਦਰਤੀ ਚੀਜ਼ਾਂ ਨਾਲ ਹੀ ਠੀਕ ਹੋਣਾ। ਕਿ ਇਹ ਦੱਸੋ ਕਿ ਕਿਹੜੇ ਮਰੀਜ਼ ਜਿਹੜੇ ਤੁਹਾਡੇ ਤੋਂ ਸਲਾਹ ਲੈ ਕੇ ਠੀਕ ਹੋ ਗਏ? ਕਿੱਦਾਂ ਆਪਣੇ ਜੀਰੇ ਤੋਂ ਟੀਮ ਸੀਗੀ ਇੱਕ, ਮਤਲਬ ਜੈਂਟਸ ਸੀ, ਮੁੰਡਾ ਸੀਗਾ, ਉਹ ਬਹੁਤ ਸ਼ਰਾਬ ਪੀਂਦਾ ਸੀਗਾ। ਅੱਜ ਉਹਨਾਂ ਨੇ ਆਉਣਾ ਸੀਗਾ ਤੇ ਆਏ ਨਹੀਂ ਮੀਂਹ ਦਾ ਕਰਕੇ, ਤੇ ਬਹੁਤ ਸ਼ਰਾਬ ਪੀਂਦਾ ਸੀਗੇ ਤੇ ਉੱਦਾਂ ਕਰਕੇ ਦਿਨ ਰਾਤ ਪੀ ਜਾਂਦੇ ਸੀ ਤੇ ਉਹਨਾਂ ਦੇ ਘਰ ਦੇ ਦੀ ਡੈਥ ਹੋ ਗਈ ਹੋਣ ਕਰਕੇ ਉਦੋਂ ਜ਼ਿਆਦਾ ਲੱਗ ਪੀਣ, ਉਦੋਂ ਜ਼ਿਆਦਾ ਲੱਗ ਪੀਣ ਤੇ ਇੱਦਾਂ ਮੈਂ ਉੱਥੇ ਮੇਰੀ ਭੈਣ ਰਹਿੰਦੀ ਸੀਗੀ ਉਹਨਾਂ ਦੇ ਕਿਰਾਏ ਤੇ, ਮੈਂ ਉਹਨਾਂ ਨੂੰ ਮਿਲਣ ਗਈ ਤੇ ਉਹਦੀ ਭੈਣ ਵੀ ਉੱਥੇ ਆਈ ਹੋਈ ਸੀਗੀ। ਜਦੋਂ ਮੈਂ ਜਾ ਕੇ ਉਹਨਾਂ ਨੂੰ ਵੇਖਿਆ ਤੇ ਉਹ ਪਏ ਹੋਏ ਕੋਈ ਸੁਰਤ ਨਾ ਤੇ ਮੈਨੂੰ ਉਹਦੀ ਭੈਣਾਂ ਦੀ, ਮੇਰਾ ਇੱਕ ਭਰਾ ਹੈ, ਅਸੀਂ 6 ਭੈਣਾਂ, ਤੇ ਜੇ ਤੂੰ ਇਹਨੂੰ ਠੀਕ ਕਰ ਦੇਵੇਂ ਤਾਂ ਜਿਹੜੇ ਤੁਹਾਡੇ ਕੋਲ ਪ੍ਰੋਡਕਟ ਆ, ਮੇਰੇ ਕੋਲ ਐਮਡੀ ਰੈਗੂਲਰ ਕੋਲ ਹੀ ਹੁੰਦੀ ਸੀ, ਮੈਂ ਨਾ ਐਮਡੀ ਦੇ ਸੁੱਤੇ ਪਏ ਅਸੀਂ ਮੂੰਹ 'ਚ ਪਾਤੀ। ਮੁੜ ਕੇ 1 ਘੰਟੇ ਬਾਅਦ ਉੱਠਿਆ, ਫਿਰ ਅਸੀਂ ਉਹਨੂੰ ਸਮਝਾਇਆ 1 ਘੰਟਾ ਲਾ ਕੇ, ਫਿਰ ਸਮਝਿਆ, ਫਿਰ ਮੈਂ ਉਹਨਾਂ ਨੂੰ ਪ੍ਰੋਡਕਟ ਦੇ ਕੇ ਆਈ, ਫਿਰ ਉਹ ਵਰਤਣੇ ਸ਼ੁਰੂ ਕਰਤੇ। ਜਿਹੜੇ ਮੰਨ ਲਓ ਡੇਲੀ ਪੀਂਦੇ ਸੀਗੇ, ਘਟਾਉਂਦੇ ਕਢਾ ਤੇ ਉਹਨਾਂ ਨੇ, ਤੇ ਅੱਜ ਉਹ ਬਿਲਕੁਲ ਜਮਾਂ ਠੀਕ ਨੇ। ਦਾਰੂ ਛੱਡ ਗਿਆ? ਮਤਲਬ AMD, ਤੁਲਸੀ, ਗਲੋਏ, ਨਮਕ, ਇਹ ਚੀਜ਼ਾਂ ਨਾਲ ਹੀ ਦਾਰੂ ਛੱਡ ਗਿਆ? ਹਾਂਜੀ ਦਾਰੂ ਛੱਡ ਗਿਆ। ਜਿਹੜੇ ਗੋਲੀਆਂ ਵੀ ਖਾਂਦਾ ਸੀਗਾ, ਦਾਰੂ ਵੀ ਪੀਂਦਾ, ਜਿਹੜੀ ਚੀਜ਼ ਆ ਜਾਂਦੀ ਖਾ ਲੈਂਦਾ, ਨਸ਼ੇ ਲਈ ਕੋਈ ਛੱਡਦਾ ਹੀ ਨਹੀਂ। ਹਾਂਜੀ। ਤੇ ਉਹ ਕਿੰਨੀ ਉਮਰ ਸੀ, ਕਿੱਦਾਂ ਦਾ ਸੀਗਾ, ਕਿੰਨੀ ਦੇਰ ਉਹਨੇ ਦਾਰੂ ਪੀਤੀ ਤੇ ਹੁਣ ਕਿੰਨੀ ਦੇਰ ਹੋ ਗਈ ਛੱਡਤੀ? ਉਮਰ ਹੋਣੀ ਆ 25-26 ਸਾਲ ਤੱਕ ਹੋਣੀ ਆ ਉਮਰ, ਤੇ ਉਹਨੂੰ ਹੋ ਗਿਆ ਮਤਲਬ ਸਾਲ ਦੇ ਲਾਗੇ ਹੋ ਗਿਆ ਦਾਰੂ ਛੱਡੀ। ਪਹਿਲਾਂ ਕਿੰਨੀ ਦੇਰ ਪੀਤੀ ਉਹਨੇ? ਪਹਿਲਾਂ ਡੇਲੀ, ਪਹਿਲਾਂ ਛੋਟਾ ਹੁੰਦੇ ਪੀਂਦਾ ਸੀ। ਅੱਛਾ। ਹਾਂਜੀ। ਮੁੜ ਕੇ ਵਿਆਹ ਆ ਗਿਆ, ਫਿਰ ਵੀ ਪੀਂਦੇ ਸੀ, ਕਿਤੇ ਨਹੀਂ ਛੱਡਦੇ ਸੀਗੇ। ਮੁੜ ਕੇ ਉਹਨਾਂ ਦੀ ਘਰ ਦੀ ਡੈਥ ਹੋ ਗਈ ਤੇ ਉਹ ਜ਼ਿਆਦਾ ਪੀਣ ਲੱਗ ਗਏ। ਤੇ ਕੋਈ ਸਨਮਾਨਿਤ ਕੀਤਾ ਤੁਹਾਨੂੰ ਵੀ, ਹਾਂ ਵੀ ਸਾਡਾ ਮੁੰਡਾ ਠੀਕ ਕਰਤਾ? ਹਾਂਜੀ, ਉਹਨਾਂ ਨੇ ਮਤਲਬ ਮੈਨੂੰ ਬਹੁਤ ਵਧੀਆ ਕਿਹਾ ਕਿ ਤੁਸੀਂ ਠੀਕ ਕਰਤਾ, ਇਹਨੂੰ ਹੁਣ ਤੁਸੀਂ ਨਾਲ ਜੋੜੋ, ਤੁਸੀਂ ਆਪਦੇ ਨਾਲ ਜੋੜ ਕੇ ਕਈਆਂ ਪਰਿਵਾਰਾਂ ਹੋਰਾਂ ਨੂੰ ਵੀ ਮਤਲਬ ਬਹੁਤ ਭਲਾ ਕੀਤਾ। ਹਾਂਜੀ। ਹੁਣ ਤੁਸੀਂ ਇੰਨਾ ਆਪ ਜਿਹੜੇ ਤੰਗੀ 'ਚੋਂ ਲੰਘੇ ਤੇ ਫਿਰ ਜਦੋਂ ਸਾਇੰਸ ਕਲਾਸਾਂ ਲਾਈਆਂ ਤੁਹਾਨੂੰ ਸਮਝ ਆਈ ਵੀ ਕਿੱਥੇ ਕਿੱਥੇ ਕੀ ਖਰਾਬੀ ਹੈ, ਤੇ ਫਿਰ ਹੁਣ ਅੱਗੇ ਤੁਸੀਂ ਕਰ ਰਹੇ ਹੋ, ਜਿਹੜੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਉਹਨਾਂ ਨੂੰ ਇਹੋ ਹੀ ਕਹਿੰਦੇ ਆ ਕਿ ਆਪਾਂ ਨੈਚੁਰਲੋਪੈਥੀ ਮਤਲਬ ਇਹੋ ਹੀ ਆਪਾਂ ਕੁਦਰਤੀ ਚੀਜ਼ ਨਾਲ ਜੁੜਨਾ, ਆਪਾਂ ਮਤਲਬ ਆਪਾਂ ਮੈਡੀਸਨ ਤੋਂ ਬਚੀਏ, ਆਪਾਂ ਬਾਹਰਲੀਆਂ ਚੀਜ਼ਾਂ ਖਾਣ ਪੀਣ ਵਾਲੀਆਂ ਤੋਂ ਹਰੇਕ ਚੀਜ਼ ਤੋਂ ਬਚੀਏ, ਮਾੜੀ ਚੀਜ਼ ਨਾ ਖਾਈਏ ਪੀਏ। ਆਪਾਂ ਸਰੀਰ ਇੱਕ ਕੁਦਰਤੀ ਬਣਿਆ, ਇਹ ਕੁਦਰਤੀ ਚੀਜ਼ਾਂ ਨਾਲ ਠੀਕ ਹੋਣਾ, ਕਿਉਂਕਿ ਆਪਾਂ ਇਹਨੂੰ ਮਾੜੀ ਚੀਜ਼ ਦੇਵਾਂਗੇ, ਮਾੜੀ ਖੁਰਾਕ ਦੇਵਾਂਗੇ ਤੇ ਇਹਨੇ ਢੈਲਾ ਤਾਂ ਪੈਣਾ ਹੀ ਹੈ। ਜੇ ਆਪਾਂ ਨੂੰ ਚੰਗੀ ਖੁਰਾਕ ਲਾਵਾਂਗੇ ਤੇ ਇਹਨੇ ਆਪੇ 100 ਸਾਲ ਤੇ ਜਾਣਾ। ਜੇ ਦਵਾਈ ਲੈਣੀ ਹੋਵੇ ਤੇ ਐਲੋਪੈਥੀ ਲੈਣ ਤੱਕ ਹੀ ਐਲਰਜੀ ਹੋ ਜਾਏ ਉਹਨਾਂ ਨੂੰ? ਹਾਂਜੀ। ਮੈਂ ਜੇ ਕਿਸੇ ਨੇ ਦਵਾਈ ਲੈਣੀ ਹੋਵੇ ਤਾਂ ਉਹ ਵੀ ਐਲੋਪੈਥੀ ਲੈਣ, ਜਿਹਨਾਂ ਨੂੰ ਉਹਨਾਂ ਨੂੰ ਵੀ ਭਾਵੇਂ ਐਲਰਜੀ ਹੋ ਜਾਏ? ਨਹੀਂ ਜੀ, ਕਿਉਂ ਲੈਣ? ਕਿਉਂਕਿ ਆਪਣਾ ਕੁਦਰਤੀ ਸਰੀਰ ਬਣਿਆ, ਕਿਉਂ ਲੈਣਾ? ਆਪਾਂ ਕੁਦਰਤੀ ਚੀਜ਼ਾਂ ਨਾਲ ਠੀਕ ਹੋਣਾ, ਐਲੋਪੈਥੀ ਨਾਲ ਨਹੀਂ ਠੀਕ ਨਹੀਂ ਹੋਣਾ ਗਾ। ਕਿਉਂਕਿ ਐਲੋਪੈਥੀ ਤੋਂ ਇੱਕ ਮੰਨ ਲਓ ਇੱਕ ਨਸ਼ਾ ਹੈ, ਜਿੰਨਾ ਚਿਰ ਖਾਦਾ ਉਹਨਾਂ ਚਿਰ ਅਸਰ ਰਹੇਗਾ। ਜਦੋਂ ਇੱਕ ਮੰਨ ਲਓ ਕਿ ਆਪਾਂ ਉਹ ਨਸ਼ਾ ਲੈ ਗਿਆ ਤੇ ਤਕਲੀਫ ਉਹ ਉੱਥੇ ਦੀ ਉੱਥੇ ਹੀ ਰਹਿਣੀ, ਕੋਈ ਆਪਾਂ ਨੂੰ ਉਹਦਾ ਫਾਇਦਾ ਨਹੀਂ ਗਾ। ਯਾਨੀ ਕਿ ਜੇ ਦਵਾਈ ਲੈਣੀ ਹੈ ਤਾਂ ਉਹ ਜਿਹੜੀਆਂ ਚੀਜ਼ਾਂ ਨਾਲ ਤੁਸੀਂ ਠੀਕ ਹੋਏ ਉੱਦਾਂ ਦੀਆਂ ਚੀਜ਼ਾਂ? ਹਾਂਜੀ, ਆਪਾਂ ਤਾਂ ਇਹੋ ਸਾਰਿਆਂ ਸਲਾਹ ਦੇਵਾਂਗੇ ਕਿ ਜਿਵੇਂ ਮੈਂ ਠੀਕ ਹੋਈ ਹਾਂ, ਜਿਹਨੂੰ ਮੈਨੂੰ ਮਤਲਬ ਡਾਕਟਰ ਵੀ ਜਵਾਬ ਦੇ ਗਏ ਸੀਗੇ ਕਿ ਨਹੀਂ ਬਈ ਹੁਣ ਤੂੰ ਮੈਡੀਸਨ ਤੋਂ ਵੀ ਬੇਅਦ ਹੋ ਗਈ, ਨਹੀਂ ਦੇ ਸਕਦੇ ਤੈਨੂੰ, ਕਿ ਮੈਂ ਇੱਕ ਕੁਦਰਤੀ ਚੀਜ਼ ਨਾਲ ਠੀਕ ਹੋਈ ਹਾਂ। ਕਿ ਮੈਨੂੰ ਆਪਣੇ ਆਪ ਨੂੰ ਇਹ ਨਹੀਂ ਪਤਾ ਕਿ ਮੈਂ ਬਚਣਾ ਜਾਂ ਨਹੀਂ ਬਚਣਾ, ਮੈਨੂੰ ਇੱਕ ਹਾਰ ਹੀ ਗਈ ਸੀਗੀ, ਦਿਲ ਹੀ ਛੱਡ ਗਈ ਕਿ ਪਤਾ ਨਹੀਂ ਕਦੋਂ ਕੀ ਹੋ ਜਾਣਾ। ਇੱਕ ਮੈਂ ਤਾਂ ਬਹੁਤ ਵਰਿੰਦਰ ਸਿੰਘ ਭੁੱਲਰ ਜੀ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨਨੇ ਚਲੋ ਇਹ ਸਾਇੰਸ ਖੋਲ੍ਹਿਆ, ਬਹੁਤ ਵਧੀਆ ਕਿ ਚਲੋ ਕਈਆਂ ਦਾ ਭਲਾ ਕੀਤਾ। ਮੈਂ ਵੀ ਕਿਸੇ ਪੈਰਾਂ ਪਿੱਛੇ ਜ਼ਿੰਦਗੀ ਮੇਰੀ ਵੀ ਬਚ ਗਈ ਆ। ਮੈਨੂੰ ਹੁਣ ਇੰਨਾ ਪਤਾ ਕਿ ਮੈਂ ਇਹ ਪ੍ਰੋਡਕਟ ਵਰਤਦੀ, ਮੈਂ ਜ਼ਿੰਦਗੀ 100 ਸਾਲ 'ਚ ਪੱਕਾ ਜਾਵਾਂਗੀ। ਕੀ ਬਾਤ ਹੈ, ਕੀ ਬਾਤ। 100 ਸਾਲ ਸੋਟੀ ਲੈ ਕੇ ਤੁਰਨਾ ਕਿ ਬਿਨਾਂ ਸੋਟੀ ਤੇ ਤੁਰਨਾ? ਨਹੀਂ, ਬਿਨਾਂ ਸੋਟੀ ਤੇ ਤੁਰਾਂਗੇ। ਕੀ ਬਾਤ। ਬਹੁਤ ਬਹੁਤ ਮੁਬਾਰਕਾਂ, ਮੇਰੇ ਵੱਲੋਂ ਸ਼ੁਭ ਕਾਮਨਾਵਾਂ ਤੁਹਾਨੂੰ ਕਿ ਤੁਸੀਂ 100 ਸਾਲ ਬਿਨਾਂ ਸੋਟੀ ਤੇ ਤੁਰੋ ਤੇ ਦੰਦ ਵੀ ਤੁਹਾਡੇ ਐਨ ਵਧੀਆ ਰਹਿਣ। ਹਾਂਜੀ, ਠੀਕ ਹੈ ਜੀ। ਸੋ ਬਹੁਤ ਬਹੁਤ ਧੰਨਵਾਦ। ਹਾਂ, ਥੈਂਕ ਯੂ। ਸੋ ਇਹ ਸਨ ਰਣਜੀਤ ਕੌਰ ਜੀ, ਜਿਨ੍ਹਾਂ ਨੇ ਤੁਸੀਂ ਸਾਰੀ ਕਹਾਣੀ ਸੁਣੀ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਐਲਰਜੀ, ਜਿਹੜੀ ਵੀ ਦਵਾਈ ਲੈਂਦੇ ਸੀ ਐਲਰਜੀ ਹੋ ਜਾਂਦੀ ਸੀ। 4 ਵਾਰੀ ਤਾਂ ਮੌਤ ਦੇ ਮੂੰਹ 'ਚੋਂ ਜਾਣੋਂ ਬਚੇ ਨੇ। ਡਾਕਟਰਾਂ ਨੇ ਇਹ ਕਹਿਤਾ ਸੀ ਮੁੜ ਕੇ ਕਿ ਸਾਡੇ ਕੋਲ ਨਾ ਆਇਓ ਬੀਬੀ, ਤੁਹਾਡਾ ਕੀ ਪਤਾ ਤੁਸੀਂ ਕੱਲ੍ਹ ਨੂੰ ਦਵਾਈ ਨਾਲ ਰਿਐਕਸ਼ਨ ਹੋ ਜਾਏ ਤੇ ਤੁਸੀਂ ਸਾਡੇ ਗਲ ਪੈ ਜਾਓ। ਇਹ ਨਹੀਂ ਸੀ ਵੀ ਪਰਵਾਹ ਕਿ ਮਰੀਜ਼ ਦੀ ਜਾਨ ਚਲੀ ਜਾਏਗੀ, ਇਹ ਪਰਵਾਹ ਸੀਗੀ ਕਿ ਸਾਡੇ ਗਲ ਨਾ ਪੈ ਜਾਏ ਬੀਬੀ। ਫਿਰ ਵੀ ਉਹਨਾਂ ਨੇ ਇਹ ਸੋਚਿਆ, ਲੇਕਿਨ
ਇਸ ਦੌਰਾਨ ਜਦੋਂ ਇਹਨਾਂ ਨੂੰ ਪ੍ਰੋਬਲਮ ਆਉਂਦੀ ਰਹੀ, ਕਿਤੇ ਨਾ ਕਿਤੇ ਇਹਨਾਂ ਨੂੰ ਦਵਾਈ ਲੈਣੀ ਪੈਂਦੀ ਸੀਗੀ, ਕਿਸੇ ਡਾਕਟਰ ਬਦਲਣਾ ਪੈਂਦਾ ਸੀ ਵੀ ਉਹਦੇ ਕੋਲ ਚਲੀ ਜਾਂਦੀ ਹੈ, ਸ਼ਾਇਦ ਉਹਨੂੰ ਨਹੀਂ ਪਤਾ ਹੈਗਾ। ਕਈ ਵਾਰੀ ਝੂਠ ਬੋਲ ਦੇਣਾ ਵੀ ਮੈਨੂੰ ਕੋਈ ਰਿਐਕਸ਼ਨ ਨਹੀਂ ਹੁੰਦਾ, ਫਿਰ ਘਰੇ ਆ ਜਾਣਾ, ਪੰਗਾ ਪੈ ਜਾਣਾ, ਫਿਰ ਹੋਰ ਦਵਾਈਆਂ ਲੈਣੀਆਂ। ਇਹ ਚੱਲਦਾ ਰਿਹਾ ਸਿਲਸਿਲਾ ਇਹਨਾਂ ਦੇ ਨਾਲ। ਦਵਾਈ ਖਾ ਕੇ ਇਹਨਾਂ ਦੇ ਜਿੰਨੀ ਵਾਰ ਵੀ ਦਵਾਈ ਲਿੱਤੀ, ਇਹਨਾਂ ਨੂੰ ਸਰੀਰ ਇਹਨਾਂ ਦਾ ਖਰਾਬ ਹੋਇਆ, ਇਹਨਾਂ ਦੇ ਮੌਤ ਤੱਕ ਦੀ ਨੌਬਤ ਆ ਜਾਂਦੀ ਸੀ। ਫਿਰ ਹਾਰ ਕੇ ਜਦੋਂ ਡਾਕਟਰ ਵਰਿੰਦਰ ਸਿੰਘ ਭੁੱਲਰ ਹੋਣਾ ਦੇ ਨਾਲ ਜੁੜੇ ਤਾਂ ਉਹੀ ਜਿਹੜੀ ਮੈਂ ਅਕਸਰ ਕਹਿਣਾ ਹੁੰਦਾ ਵੀ ਗਿੱਦੜ ਸਿੰਘੀ, AMD, ਤੁਲਸੀ, ਗਲੋਏ, ਨਮਕ, ਸਪੈਰੋਲੀਨਾ, ਇਹੋ ਪ੍ਰੋਡਕਟ ਵਰਤੇ ਤੇ ਇਹ ਅੱਜ ਨਾ ਸਿਰਫ ਆਪ ਠੀਕ ਨੇ ਬਲਕਿ ਸਾਇੰਸ ਕਲਾਸਾਂ ਲਗਾਈਆਂ ਤੇ ਉਸ ਤੋਂ ਬਾਅਦ ਇਹ ਅੱਜ ਆਲਾ ਦੁਆਲਾ ਜਿੰਨਾ ਵੀ ਹੈਗਾ ਉਹਨਾਂ ਲੋਕਾਂ ਨੂੰ ਵੀ ਇਹੋ ਸਲਾਹ ਦੇ ਰਹੇ ਨੇ ਕਿ ਤੁਸੀਂ ਜਿਹੜੀਆਂ ਦੂਜੀਆਂ ਦਵਾਈਆਂ ਨੇ, ਕੈਮੀਕਲ ਦਵਾਈਆਂ ਨੇ, ਉਹਨਾਂ ਤੋਂ ਬਚੋ। ਕੁਦਰਤੀ ਚੀਜ਼ਾਂ ਦੀਆਂ ਬਣਾਈਆਂ ਹੋਈਆਂ ਜਿਹੜੀਆਂ ਦਵਾਈਆਂ ਨੇ ਉਹਨਾਂ ਨੂੰ ਇਸਤੇਮਾਲ ਕਰੋ, ਕਿਉਂਕਿ ਸਰੀਰ ਕੁਦਰਤ ਦਾ ਬਣਾਇਆ ਹੋਇਆ ਤੇ ਇਸ ਨੂੰ ਕੁਦਰਤ ਦੀ ਸਾਇੰਸ ਹੀ ਸਮਝ ਆਉਂਦੀ ਹੈ। ਜਿਹੜੀ ਜੇਕਰ ਆਪਾਂ ਨੂੰ ਲੈਬੋਰਟਰੀ ਦੀ ਸਾਇੰਸ ਦੇ ਨਾਲ ਆਪਾਂ ਉਸ ਨੂੰ ਸਰੀਰ ਨੂੰ ਚਲਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਇਹ ਖਰਾਬ ਹੋਏਗਾ। ਤੇ ਅੱਜ ਇਹਨਾਂ ਦੀ ਗੱਲ ਮੰਨ ਕੇ ਨਾ ਸਿਰਫ ਇਹਨਾਂ ਦਾ ਪਰਿਵਾਰ ਠੀਕ ਹੈ, ਆਪ ਠੀਕ ਨੇ, ਬਲਕਿ ਆਲਾ ਦੁਆਲਾ ਵੀ ਇਹ ਠੀਕ ਕਰ ਰਹੇ ਨੇ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤਾਂ ਕਿ ਇਸ ਦਾ ਫਾਇਦਾ ਜੇਕਰ ਕੋਈ ਅਜਿਹਾ ਇੱਕ ਵੀ ਮਰੀਜ਼ ਚੁੱਕ ਗਿਆ ਤਾਂ ਅਸੀਂ ਇਹ ਸਮਝਾਂਗੇ ਕਿ ਸਾਡੇ ਵੀਡੀਓ ਬਣਾਉਣ ਦਾ ਮਕਸਦ ਕਾਮਯਾਬ ਰਿਹਾ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫੇਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।